ਓੰਕਾਰ ਆਦ ਮੈਂ ਜਾਨਾ, ਲਿਖ ਅਰ ਮੇਟੈ ਤਾਹੇ ਨ ਮਾਨਾ। ਓੰਕਾਰ ਲਖੈ ਜੋ ਕੋਈ, ਸੋਈ ਲਖ ਮੇਟਣਾ ਨਾ ਹੋਈ। ਕੱਕਾ ਕਿਰਨ ਕਮਲ ਮੈਂ ਪਾਵਾ, ਸਸ ਵਿਗਾਸ ਸੰਪਟ ਨਹੀਂ ਆਵਾ। ਅਰ ਜੇ ਤਹਾਂ ਕੁਸਮ ਰਸ ਪਾਵਾ, ਅਕੈ ਕਹਾ ਕਹਿ ਕਾ ਸਮਝਾਵਾਂ। ਖੱਖਾ ਇਹ ਖੋੜ ਮਨ ਆਵਾ, ਖੋੜੇ ਛਾੜ ਨ ਦਾਦਿਸ ਤਾਵਾਂ। ਖਸਮੈ ਜਾਣ ਖਿਮਾ ਕਰ ਰਹਿ, ਤਉ ਹੋਏ ਨਿਖਿਓ ਅਖੈ ਪਦ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਲਓ, ਭਗਤ ਕਬੀਰ ਜੀ ਇੱਥੋਂ ਗੱਲ ਆਰੰਭ ਕਰਦੇ ਹਨ। ਓੰਕਾਰ, ਓੰਕਾਰ ਸ਼ਬਦ ਦੇ ਉਚਾਰਨ ਦੀ ਸੇਧ ਸਾਨੂੰ ਇੱਥੋਂ ਮਿਲ ਗਈ। ਕਈ ਪ੍ਰੇਮੀ ਏਕਮਕਾਰ ਏਕਮਕਾਰ ਵਗੈਰਾ ਬੋਲਦੇ ਨੇ, ਨਹੀਂ, ਇਹਨੂੰ ਹਮੇਸ਼ਾ ਓੰਕਾਰ ਬੋਲ। ਦੇਖੋ, ਅੱਖਰਾਂ ਵਿੱਚ ਲਿਖਿਆ ਹੋਇਆ ਊੜੇ ਦਾ ਮੂੰਹ ਖੁੱਲ੍ਹਾ ਹੈ, ਐੜੇ ਨੂੰ ਅੰਗ ਟਿੱਪੀ, ਕੱਕੇ ਨੂੰ ਕਾ ਕਰਨਾ ਰਾਰਾ, ਓੰਕਾਰ। ਉਹ ਪਰਮਾਤਮਾ ਜੋ ਸਰਵ ਵਿਆਪਕ ਹੈ, ਜੋ ਹਰ ਥਾਂ 'ਤੇ ਮੌਜੂਦ ਹੈ, ਉਸਨੂੰ ਮੈਂ ਆਦਿ ਕਹਿੰਦਾ। ਕਿਉਂਕਿ ਅਸੀਂ ਲੋਕ ਭੂਤ ਭਵਿੱਖਤ ਵਰਤਮਾਨ ਕਹਿੰਦੇ, ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਦਿ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸਦੀ ਵੀ ਸੱਚ। ਤੋ ਭਗਤ ਕਬੀਰ ਜੀ ਵੀ ਉਸੇ ਹੀ ਗੱਲ ਦੀ ਪੁਸ਼ਟੀ ਕਰਦੇ ਨੇ ਕਿ ਉਹ ਪਰਮਾਤਮਾ ਜੋ ਸਰਵ ਵਿਆਪਕ, ਉਹੀ ਸਾਰੇ ਸੰਸਾਰ ਦਾ ਆਦ ਮੁੱਢ ਹੈ। ਮੈਂ ਜਾਣਾ, ਮੈਂ ਉਸ ਨੂੰ ਜਾਣਦਾ ਹਾਂ। ਭਾਵ ਉਹ ਪਰਮਾਤਮਾ ਹੀ ਹੈ ਜੋ ਅਵਿਨਾਸੀ ਹੈ, ਜੋ ਅਮਿਟ ਹੈ, ਜੋ ਸਦਾ ਰਹਿਣ ਵਾਲਾ ਹੈ। ਮੈਂ ਉਸ ਦੀ ਹਸਤੀ ਨੂੰ ਮੰਨਦਾ ਹਾਂ, ਜਿਸ ਨੂੰ ਗੁਰੂ ਨਾਨਕ ਪਾਤਸ਼ਾਹ ਏਕੋ ਹੈ ਭਾਈ ਏਕੋ ਹੈ, ਸਾਹਿਬ ਮੇਰਾ ਏਕੋ ਹੈ। ਆਦਿ ਪੂਰਨ ਮੱਧ ਪੂਰਨ ਅੰਤ ਪੂਰਨ ਪਰਮੇਸ਼ਰ, ਇਹ ਉਸ ਓੰਕਾਰ ਦੀ ਵਿਆਖਿਆ ਹੈ। ਆਦਿ ਮੱਧ ਅੰਤ ਹੈ ਸੋਈ, ਜਿਹੜਾ ਹਰ ਸਮੇਂ ਹਰ ਜਗ੍ਹਾ 'ਤੇ ਮੌਜੂਦ ਹੈ। ਭਗਤ ਕਬੀਰ ਜੀ ਕਹਿੰਦੇ ਨੇ ਮੈਂ ਉਸ ਨੂੰ ਜਾਣਦਾ। ਲਿਖ ਅਰ ਮੇਟੈ ਤਾਹੇ ਨ ਮਾਨਾ, ਜਿਸ ਨੂੰ ਉਹ ਲਿਖ ਕੇ ਭਾਵ ਬਣਾ ਕੇ ਰਚ ਕੇ ਮੇਟ ਦੇਵੇ, ਮੈਂ ਉਹਨੂੰ ਪਰਮਾਤਮਾ ਤੁੱਲ ਨਹੀਂ ਮੰਨਦਾ। ਤੋ ਭਗਤ ਜੀ ਨੇ, ਜਿਸ ਤਰ੍ਹਾਂ ਅਸੀਂ ਕਿਰਤ ਅਤੇ ਕਿਰਤਮ ਕਹਿੰਦੇ ਹਾਂ ਜਾਂ ਬਣਾਉਣ ਵਾਲਾ ਕਹਿੰਦੇ ਹਾਂ, ਭਗਤ ਜੀ ਕਹਿੰਦੇ ਨੇ ਅਸੀਂ ਸਾਰੇ ਉਹਦੇ ਬਣਾਏ ਹੋਏ ਹਾਂ, ਅਤੇ ਜਿਹੜੇ ਅਸੀਂ ਉਸ 'ਤੇ ਬਣਾਏ ਹੋਏ ਹਾਂ ਇੱਕ ਦਿਨ ਅਸੀਂ ਮਿਟ ਵੀ ਜਾਣਾ। ਮੈਂ ਇਹਨਾਂ ਨੂੰ ਪਰਮਾਤਮਾ ਤੁੱਲ ਨਹੀਂ ਮੰਨਦਾ। ਇਹ ਬੜੀ ਡੂੰਘੀ ਗੱਲ ਹੈ। ਅਸੀਂ ਬਣਾਉਣ ਵਾਲੇ ਨੂੰ ਭੁੱਲ ਜਾਂਦੇ ਹਾਂ ਅਤੇ ਬਣਾਈਆਂ ਚੀਜ਼ਾਂ ਦੇ ਪਿੱਛੇ ਲੱਗਦੇ। ਇਸੇ ਲਈ ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਬਿਨ ਕਰਤਾਰ ਨ ਕਿਰਤਮ ਮਾਨੋ, ਆਦ ਅਜੂਨ ਅਜੈ ਅਵਿਨਾਸੀ ਤੇ ਪਰਮੇਸ਼ਰ ਜਾਨੋ। ਕਹਾਂ भयो ਜਵਾਨ ਜਗਤ ਮੈਂ ਦਸ ਕਾਸੁਰ ਹਰਖਾਏ, ਅਦਿਕ ਪ੍ਰਪੰਚ ਦਿਖਾਏ ਸਭਨ ਕੈ ਆਪੇ ਬ੍ਰਹਮ ਕਹਾਏ। ਪੰਜਨ ਗਣ ਸਮਰਥ ਸਦਾ ਪ੍ਰਭ ਸੋ ਕਿਮ ਜਾਤ ਗਨਾਇਓ, ਤਾਂ ਤੇ ਸਰਬ ਕਾਲ ਕੇ ਅਸ ਕੋ ਖਾਏ ਬਚਾਏ ਨਾ ਆਇਓ। ਸਾਡੀਆਂ ਸੋਚਾਂ ਬੜੀਆਂ ਸੀਮਤ ਹਨ।
ਅਸੀਂ ਤਾਂ ਪੱਥਰਾਂ ਨੂੰ ਵੀ ਰੱਬ ਬਣਾਇਆ, ਅਸੀਂ ਮੂਰਤੀਆਂ ਅੱਗੇ ਵੀ ਮੱਥੇ ਟੇਕੇ। ਪਰ ਭਗਤ ਜੀ ਆਪਣਾ ਸਿਧਾਂਤ, ਆਪਣਾ ਵਿਸ਼ਵਾਸ ਬਿਲਕੁਲ ਸਪਸ਼ਟ ਕਰਕੇ ਕਹਿੰਦੇ ਨੇ, ਓੰਕਾਰ ਆਦਿ ਮੈਂ ਜਾਨਾ, ਲਿਖ ਅਰ ਮਿਟੈ ਤਾਹੇ ਨਾ ਮਾਨਾ। ਜਿਹੜੀ ਉਹਦੀ ਕਿਰਤਮ ਹੈ ਉਹ ਕਿਰਤਮ ਕਹੀ ਜਾਏਗੀ, ਪਰ ਅਸੀਂ ਕਿਰਤਮ ਨੂੰ ਤੇ ਪੂਜਦੇ ਹਾਂ, ਕਰਤੇ ਨੂੰ ਭੁੱਲ ਜਾਂਦੇ। ਗੁਰੂ ਪਾਤਸ਼ਾਹ ਨੇ 52 ਅੱਖਰੀ ਵਿੱਚ ਇਸੇ ਲਈ ਸਮਝਾਇਆ, ਚੱਚਾ ਰਚਤ ਚਿਤਰ ਹੈ ਭਾਰੀ, ਤਜ ਚਿਤਰੈ ਚੇਤੋ ਚਿਤਕਾਰੀ। ਚਿੱਤਰ ਬਚਿੱਤਰ ਇਹ ਹੈ ਅਵਝੇਰਾ, ਤਜ ਚਿਤਰੈ ਚਿਤਰਾਖ ਚਤੇਰਾ। ਚੱਚੇ ਅੱਖਰ ਦੁਆਰਾ ਮਹਾਰਾਜ ਨੇ ਸਿੱਖਿਆ, ਆਖਿਆ ਰਚਿਤ ਚਿੱਤਰ ਹੈ ਭਾਰੀ। ਇਹ ਜਿਹੜਾ ਸੰਸਾਰ ਹੈ ਇਹ ਉਸ ਪਰਮਾਤਮਾ ਦਾ ਬਣਾਇਆ ਹੋਇਆ ਚਿੱਤਰ। ਪਰ ਹੇ ਦੁਨੀਆ ਦੇ ਲੋਕੋ, ਤਜ ਚਿਤਰੈ ਚੇਤੋ ਚਿਤਕਾਰੀ। ਤੁਸੀਂ ਚਿੱਤਰ ਦੀ ਪੂਜਾ ਵਿੱਚ ਲੱਗ ਗਏ, ਪਰ ਜਿਹੜਾ ਚਿੱਤਰਕਾਰ ਹੈ ਉਹ ਤੁਹਾਨੂੰ ਭੁੱਲ ਗਿਆ। ਚਿੱਤਰ ਬਚਿੱਤਰ ਇਹ ਹੈ ਅਵਝੇਰਾ। ਬਸ ਸਭ ਲੋਕ ਇਹੀ ਕਹੀ ਜਾਂਦੇ, ਚਿੱਤਰ ਬੜਾ ਸੋਹਣਾ ਹੈ, ਚਿੱਤਰ ਬੜਾ ਸੋਹਣਾ। ਅਰੇ ਤਜ ਚਿਤਰੈ ਚਿਤਰਾਖ ਚਤੇਰਾ। ਚਿੱਤਰ ਦੇ ਪਿੱਛੇ ਲੱਗ ਗਏ ਪਰ ਚਤੇਰਾ ਭੁੱਲ ਗਏ। ਭਗਤ ਜੀ ਇੱਥੇ ਨਿਰਣਾ ਕਰਦੇ ਨੇ ਕਿ ਜੋ ਪਰਮਾਤਮਾ ਦਾ ਬਣਾਇਆ ਹੋਇਆ ਸੰਸਾਰ ਹੈ, ਇਹ ਤਾਂ ਮੈਂ ਮੰਨਦਾ ਕਿ ਉਸਨੇ ਬਣਾਇਆ ਹੈ, ਪਰ ਇਹ ਪਰਮਾਤਮਾ ਨਹੀਂ। ਭਾਵ ਬਣਾਉਣ ਵਾਲਾ ਜੋ ਹੈ ਉਸਦੇ ਬਰਾਬਰ ਇਹ ਨਹੀਂ ਹੈ। ਓੰਕਾਰ ਆਦਿ ਮੈਂ ਜਾਨਾ, ਲਿਖ ਅਰ ਮਿਟੈ ਤਾਹੇ ਨ ਮਾਨਾ। ਓੰਕਾਰ ਲਖੈ ਜੋ ਕੋਈ, ਜੋ ਕੋਈ ਉਸ ਓੰਕਾਰ ਪਰਮਾਤਮਾ ਨੂੰ ਜਾਣ ਲਵੇ, ਲਖੈ ਮਨ ਜਾਣ ਲਵੇ, ਸੋਈ ਲਖ ਮਿਟਣਾ ਨਾ ਹੋਈ। ਉਸ ਪ੍ਰਭੂ ਨੂੰ ਸਮਝ ਕੇ ਜਿਹੜਾ ਜਾਣ ਲੈਂਦਾ ਹੈ, ਉਸ ਨੂੰ ਮੈਂ ਮਹਾਨ ਮੰਨਦਾ, ਕਿਉਂਕਿ ਉਸ ਨੂੰ ਮਿਟਣਾ, ਨਾਸ਼ ਕਰਨਾ ਮੁਸ਼ਕਲ ਹੈ। ਉਹ ਪਰਮਾਤਮਾ ਤੇ ਪਰਮਾਤਮਾ ਨੂੰ ਜਾਣਨ ਵਾਲਾ ਉਹਦਾ ਰੂਪ ਹੋ ਜਾਂਦਾ, ਉਹਨਾਂ ਵਿੱਚ ਇੱਕ ਮਿਕਤਾ ਹੋ ਜਾਂਦੀ। ਜਿਵੇਂ ਅਸੀਂ ਸੁਖਮਨੀ ਸਾਹਿਬ 'ਚ ਪੜ੍ਹਦੇ ਹਾਂ, ਜਿਉਂ ਜਲ ਮੈਂ ਜਲ ਆਏ ਖਟਾਨਾ, ਤਿਉਂ ਜੋਤੀ ਸੰਗ ਜੋਤ ਸਮਾਨਾ। ਮਿਟ ਗਏ ਗਮਨ ਪਾਏ ਬਿਸਰਾਮ, ਨਾਨਕ ਪ੍ਰਭ ਕੈ ਸਦ ਕੁਰਬਾਨ। ਆਖਿਆ ਜਿਸ ਨੇ ਅਨੁਭਵ ਕਰ ਲਿਆ, ਜਿਸ ਨੂੰ ਪਰਮਾਤਮਾ ਦੀ ਹਸਤੀ ਦੀ ਸਮਝ ਆ ਗਈ ਹੈ, ਉਸ ਮਨੁੱਖ ਦੀ ਉਸ ਉੱਚੀ ਆਤਮਿਕ ਸੁਰ ਦਾ ਕਦੇ ਨਾਸ਼ ਨਹੀਂ ਹੁੰਦਾ। ਉਹ ਸਾਡੇ ਵਾਂਗੂ ਅਦਲ ਬਦਲ ਨਹੀਂ ਹੁੰਦਾ। ਸਾਡੀ ਹਾਲਤ ਇਹ ਹੈ ਕਿ ਖਿਨ ਮੇ ਤੋਲਾ ਖਿਨ ਮੇ ਮਾਸਾ, ਗੰਗਾ ਗਏ ਤੋਂ ਗੰਗਾ ਰਾਮ, ਜਮਨਾ ਗਏ ਤੋਂ ਜਮਨਾ ਦਾਸ। ਪਰ ਜਿਹੜਾ ਜਾਣ ਲੈਂਦਾ, ਉਹਦੀ ਸੋਚ, ਉਹਦੀ ਵਿਚਾਰਧਾਰਾ ਦਾ ਕਦੇ ਨਾਸ਼ ਨਹੀਂ, ਕਿਉਂਕਿ ਉਸਨੇ ਉਸ ਪਰਮਾਤਮਾ ਨੂੰ ਜਿਹੜਾ ਇੱਕ ਰਸ ਹੈ, ਜਿਹੜਾ ਸਭ ਥਾਂ ਤੇ ਵਿਆਪਕ ਹੈ, ਉਹਨੂੰ ਜਾਣ ਲਿਆ। ਉਹਨੂੰ ਕਲਗੀਆਂ ਵਾਲੇ ਪਾਤਸ਼ਾਹ ਨੇ ਵੀ ਫਰਮਾਇਆ, ਹਰ ਹਰ ਜਨ ਦੋਏ ਏਕ ਹੈ, ਬਿਬ ਵਿਚਾਰ ਕਛ ਨਾਹੀ। ਜਲ ਤੇ ਉਪਜ ਤਰੰਗ ਜਿਉ, ਜਲ ਹੀ ਬਿਖੈ ਸਮਾਹੀ। ਹੁਣ ਇਹਨੂੰ ਜਿਤਨਾ ਰਿੜਕਿਆ ਜਾਏ, ਵਿਚਾਰਿਆ ਜਾਏ, ਥੋੜ੍ਹਾ। ਦੋ ਦੋ ਪੰਕਤੀਆਂ ਹਨ, ਪਰ ਇਹਨਾਂ ਵਿੱਚ ਭਾਵ ਬੜੇ ਡੂੰਘੇ ਹਨ। ਭਗਤ ਕਬੀਰ ਜੀ ਕਹਿੰਦੇ ਨੇ, ਓੰਕਾਰ ਆਦਿ ਮੈਂ ਜਾਨਾ, ਲਿਖ ਅਰ ਮਿਟੈ ਤਾਹੇ ਨ ਮਾਨਾ। ਓੰਕਾਰ ਲਖੈ ਜੋ ਕੋਈ, ਸੋਈ ਲਖ ਮਿਟਣਾ ਨਾ ਹੋਈ। ਉਹਦਾ ਕਦੇ ਨਾਸ਼ ਨਹੀਂ ਹੁੰਦਾ, ਉਹ ਕਦੇ ਅਦਲ ਬਦਲ ਨਹੀਂ ਹੁੰਦਾ।
ਉਹ ਦ੍ਰਿੜ ਹੋ ਜਾਂਦਾ ਹੈ। ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਨੇ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨ ਮਾਨਿਓ ਸਿਮ੍ਰਿਤ ਸ਼ਾਸਤਰ ਭੇਦ ਸਭੈ ਬਹੁ ਭੇਦ ਕਹਿ ਹਮ ਏਕ ਨ ਜਾਨਿਓ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹੇ ਬਖਾਨਿਓ ਆਦ ਅੰਤ ਏਕੈ ਅਵਤਾਰਾ सोई गुरु समझियो हमारा नमस्कार तिस ही को हमारी सकल प्रजा जिन आप सवारी। भगत जी कहते ने मैं तो उस ओंकार ਨੂੰ ਜਾਣਿਆ ਤੇ ਜਿਹੜਾ ਉਸ ਓਂਕਾਰ ਨੂੰ ਜਾਣ ਲੈਂਦਾ ਉਹ ਵੀ ਉਹਦੇ ਵਰਗਾ ਹੋ ਜਾਂਦਾ। ਉਹਦੇ ਵਿੱਚ ਕੋਈ ਫਰਕ ਨਹੀਂ ਹੁੰਦਾ। ਇਹ ਹੈ ਇਸ ਬਾਣੀ ਦੀ ਆਰੰਭਤਾ ਵਿੱਚ ਉਹ ਪਹਿਲਾ ਅੱਖਰ ਜਿਹਦੀ ਵਿਆਖਿਆ ਭਗਤ ਜੀ ਨੇ ਇਉਂ ਕੀਤੀ। ਹੁਣ ਕੱਕੇ ਅੱਖਰ ਦੁਆਰਾ ਸਿੱਖਿਆ ਦਿੰਦੇ ਨੇ। ਕੱਕਾ ਕਿਰਨ ਕਮਲ ਮੈਂ ਪਾਵਾਂ। ਹੁਣ ਇਸ ਨੂੰ ਕੱਕਾ ਕਿਰਨ ਨਹੀਂ ਕਹਿਣਾ। ਪਾਠ ਕਰਦੇ ਸਮੇਂ ਕੱਕੇ ਨੂੰ ਨਿਖੇੜਨਾ। ਕੱਕੇ ਅੱਖਰ ਦੁਆਰਾ ਇਹ ਸਿੱਖਿਆ ਦੇ ਰਹੇ ਨੇ। ਕਿਰਨ ਕਮਲ ਮੈਂ ਪਾਵਾਂ। ਹੁਣ ਕਈ ਚੀਜ਼ਾਂ ਸੰਕੇਤਕ ਹਨ। ਇੱਥੇ ਕਮਲ ਫੁੱਲ ਦਾ ਸੰਕੇਤ ਹੈ। ਸਾਡਾ ਹਿਰਦਾ ਵੀ ਕਮਲ ਫੁੱਲ ਵਰਗਾ। ਜਿਵੇਂ ਕਮਲ ਫੁੱਲ ਵਾਸਤੇ ਇਹ ਮਸ਼ਹੂਰ ਹੈ ਕਿ ਜਦੋਂ ਸੂਰਜ ਚੜ੍ਹਦਾ ਉਹਦੀਆਂ ਕਿਰਨਾਂ, ਉਹਦੀਆਂ ਰੇਸ਼ਮਾਂ ਕਮਲ ਫੁੱਲ 'ਤੇ ਪੈਂਦੀਆਂ ਨੇ ਔਰ ਕਮਲ ਫੁੱਲ ਖਿੜ ਜਾਂਦਾ। ਪਰ ਰਾਤ ਨੂੰ ਉਹ ਕਮਲ ਮੀਟਿਆ ਜਾਂਦਾ। ਪਰ ਭਗਤ ਜੀ ਕਹਿੰਦੇ ਨੇ ਜਿਸ ਤੇ ਹਿਰਦੇ ਰੂਪੀ ਕਮਲ ਵਿੱਚ ਉਸ ਪਰਮਾਤਮਾ ਦੇ ਗਿਆਨ ਦੀ ਕਿਰਨ ਪੈ ਜਾਂਦੀ ਹੈ, ਉਹ ਫਿਰ ਮੀਟਿਆ ਨਹੀਂ ਜਾਂਦਾ। ਕੱਕਾ ਕਿਰਨ ਕਮਲ ਮੈਂ ਪਾਵਾਂ। ਮੈਂ ਉਸ ਗਿਆਨ ਸਰੂਪ ਪਰਮਾਤਮਾ ਦੀ ਸੂਰਜ ਦੀ ਕਿਰਨ ਹਿਰਦੇ ਰੂਪੀ ਫੁੱਲ ਵਿੱਚ ਟਿਕਾ ਲਵਾਂ। ਕੱਕਾ ਕਿਰਨ ਕਮਲ ਮੈਂ ਪਾਵਾਂ ਸਸ ਵਿਗਾਸ ਸੰਪਟ ਨਹੀਂ ਆਵਾਂ। ਕਿਉਂਕਿ ਸਸ ਕਹਿੰਦੇ ਨੇ ਚੰਦਰਮਾ। ਮੇਰੇ ਲਈ ਸੂਰਜ ਤੇ ਚੰਦਰਮਾ ਫਿਰ ਇੱਕ ਸਮਾਨ ਨੇ। ਕਿਉਂਕਿ ਸੂਰਜ ਦੇ ਚੜ੍ਹਨ ਨਾਲ ਕਮਲ ਫੁੱਲ ਖਿੜਦਾ ਤੇ ਚੰਦਰਮਾ ਦੇ ਚੜ੍ਹਨ ਨਾਲ ਮੀਟਿਆ ਜਾਂਦਾ। ਕਹਿੰਦੇ ਮੈਂ ਜਿਸ ਨੂੰ ਪਰਮਾਤਮਾ ਦੀ ਉਹ ਕਿਰਨ ਗਿਆਨ ਦੀ ਮਿਲ ਜਾਂਦੀ, ਉਹ ਫਿਰ ਸੂਰਜ ਜਾਂ ਚੰਦਰਮਾ ਦਾ ਉਹਦੇ 'ਤੇ ਅਸਰ ਨਹੀਂ, ਸੰਪਟ ਨਹੀਂ ਆਵਾਂ। ਉਹ ਕਦੇ ਬੰਦ ਹੁੰਦਾ ਹੀ ਨਹੀਂ। ਰੋਜ਼ ਅਸੀਂ ਪੜ੍ਹਦੇ ਹਾਂ ਨਾਨਕ ਭਗਤਾਂ ਸਦਾ ਵਿਕਾਸ। ਉਹਨਾਂ ਨੂੰ ਸਦਾ ਖੇੜਾ ਰਹਿੰਦਾ। ਉਹ ਸਦਾ ਖੇੜੇ ਰਹਿੰਦੇ ਨੇ। ਉਹ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੇ ਨੇ। ਇਸੇ ਲਈ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਕਿਹਾ ਜੇ ਕੋਈ ਵੀ ਪ੍ਰੇਮੀ ਚਾਹੁੰਦਾ ਕਿ ਮੈਂ ਸਦਾ ਖਿੜਿਆ ਰਵਾਂ ਫਿਰ ਕੀ ਕਰੇ। ਰਸਨਾ ਗੁਣ ਗੋਪਾਲ ਨਿਤ ਗਾਇਣ। ਆਪਣੀ ਜੀਭਾ ਦੇ ਨਾਲ ਹਰ ਰੋਜ਼ ਉਸ ਗੋਪਾਲ ਦੇ ਜੋ ਗੁਣਾਂ ਦਾ ਖਜ਼ਾਨਾ ਹੈ ਉਹਦੇ ਗੁਣ ਗਾਇਆ ਕਰੋ। ਜਿਉਂ ਜਿਉਂ ਗੁਣ ਗਾਓਗੇ ਸ਼ਾਂਤ ਸਹਿਜ ਰਹਸ ਮਨ ਉਪਜਿਓ ਸਗਲੇ ਦੁਖ ਪਲਾਇਨ। ਕੱਕਾ ਕਿਰਨ ਕਮਲ ਮੈਂ ਪਾਵਾਂ ਸਸ ਵਿਗਾਸ ਸੰਪਟ ਨਹੀਂ ਆਵਾਂ। ਫਿਰ ਕਦੇ ਬੰਦ ਨਹੀਂ ਹੋਵੇ। ਫਿਰ ਹਿਰਦਾ ਇੱਕ ਵਾਰੀ ਖਿੜ ਗਿਆ, ਖਿੜ ਗਿਆ। ਅਰ ਜੇ ਤਾਂ ਕੁਸਮ ਰਸ ਪਾਵਾਂ। ਜੇ ਮੈਂ ਉਸ ਅਵਸਥਾ ਵਿੱਚ ਇਸ ਰਸ ਨੂੰ ਪ੍ਰਾਪਤ ਕਰ ਲਵਾਂ।
ਭਾਵ ਇਹ ਸੂਰਜ ਦੀ ਕਿਰਨ ਆਪਣੇ ਹਿਰਦੇ ਦੇ ਅੰਦਰ ਵਸਾ ਲਵਾਂ, ਫਿਰ ਇਸ ਨੂੰ ਉਹ ਅਵਸਥਾ ਕਦੇ ਨਹੀਂ ਹੁੰਦੀ ਕਿ ਮਿਟਿਆ ਜਾਏ। ਜਿਵੇਂ ਗਿਆਨ ਰੂਪੀ ਸੂਰਜ ਦੀ ਕਿਰਨ ਨਾਲ ਖਿੜੇ ਹੋਏ ਹਿਰਦੇ ਰੂਪੀ ਕੌਲ ਫੁੱਲ ਦਾ ਆਨੰਦ ਮਾਣਨਾ। ਕੱਕਾ ਕਿਰਨ ਕਮਲ ਮੈਂ ਪਾਵਾਂ, ਸਸ ਵਿਗਾਸ ਸੰਪਟ ਨਹੀਂ ਆਵਾਂ। ਅਰ ਜੇ ਤਾਹਾਂ ਕੁਸਮ ਰਸ ਪਾਵਾਂ, ਅਕਹਿ ਕਾਹਾਂ ਕਹਿ ਕਾ ਸਮਝਾਵਾਂ। ਅਕਹਿ ਇਹ ਸ਼ਬਦ ਅਕਾ ਨਹੀਂ ਪੜਨਾ, ਅਕਹਿ। ਅਕਹਿ ਦਾ ਮਤਲਬ ਜੋ ਕਿਹਾ ਨਾ ਜਾ ਸਕੇ। ਇਸ ਅਵਸਥਾ ਨੂੰ ਮੈਂ ਕਿਵੇਂ ਕਹਿ ਸਕਦਾ? ਅਕਹਿ ਕਹਾਂ ਕਹਿ ਕਾ ਸਮਝਾਵਾਂ, ਕਿਵੇਂ ਸਮਝਾਵਾਂ? ਭਾਵ ਇਹ ਸਮਝਾ ਹੀ ਨਹੀਂ ਸਕਦਾ। ਭਗਤ ਜੀ ਦੇ ਕਹਿਣ ਦਾ ਮਤਲਬ ਹੈ ਇਸ ਅਨੁਭਵ ਨੂੰ, ਇਸ ਗਿਆਨ ਨੂੰ ਮਾਣਿਆ ਜਾ ਸਕਦਾ, ਪਰ ਜੇ ਕੋਈ ਕਵੇ ਕਿ ਇਸ ਨੂੰ ਅੱਖਰਾਂ ਦੁਆਰਾ ਸਮਝਾਵੋ, ਕੋਈ ਨਹੀਂ ਸਮਝਾ ਸਕਦਾ। ਇਸੇ ਲਈ ਬਾਦਸ਼ਾਹ ਨੇ ਕਿਹਾ ਕਿ ਕਥਨਾ ਕਥੀ ਨਾ ਆਵੇ ਟੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਕਰੋੜਾਂ ਕਥ ਕਥ ਕੇ ਚਲੇ ਗਏ, ਪਰ ਇਸ ਦਾ ਕੋਈ ਮੁਕੰਮਲ ਬਿਆਨ ਨਹੀਂ ਕਰ ਸਕਦਾ। ਇਹ ਬਿਆਨ ਕੀਤਾ ਹੀ ਨਹੀਂ ਜਾ ਸਕਦਾ। ਤੋ ਕਬੀਰ ਜੀ ਕਹਿੰਦੇ ਹਨ, ਅਕਹਿ ਕਾਹਾਂ ਕਹਿ ਕਾ ਸਮਝਾਵਾਂ। ਇਹ ਹੈ ਹੀ ਅਕਹਿ ਹੈ। ਇਹ ਕਥਨ ਤੋਂ, ਬਿਆਨ ਤੋਂ ਬਾਹਰ ਹੈ। ਇਹਨੂੰ ਬਿਆਨ ਕਰਨ ਵਾਲੇ ਅੱਖਰ ਹੀ ਨਹੀਂ ਹੈਗੇ ਕਿਸੇ ਕੋਲ। ਹੁਣ ਇਹ ਰਿੜਕਣ ਦੀ ਲੋੜ ਹੈ, ਔਰ ਇਹ ਸਿਰਫ ਗੱਲਾਂ ਦਾ ਸਬਜੈਕਟ ਨਹੀਂ ਹੈ ਜੋ ਭਗਤ ਜੀ ਕਹਿ ਰਹੇ ਨੇ। ਕੱਕਾ ਕਿਰਨ ਕਮਲ ਮੈਂ ਪਾਵਾਂ, ਹਿਰਦਾ ਸਾਡਾ ਕਮਲ ਫੁੱਲ ਹੈ। ਜੇ ਇਸ ਹਿਰਦੇ ਰੂਪੀ ਕਮਲ ਵਿੱਚ ਪ੍ਰਭੂ ਦੇ ਗਿਆਨ ਦਾ ਸੂਰਜ ਰੂਪੀ ਕਿਰਨ ਪ੍ਰਾਪਤ ਹੋ ਜਾਏ, ਬਸ ਫਿਰ ਉਹ ਖੇੜਾ ਮਿਲੇ। ਜੇ ਕੋਈ ਕਹੇ ਕਿ ਇਸ ਦਾ ਬਿਆਨ ਕਰੋ, ਤਾਂ ਪਾਤਸ਼ਾਹ ਨੇ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਲੋ ਹੁਣ ਹੋਰ ਮਿਸਾਲ ਦੇ ਕੇ ਸਮਝਾਉਂਦਾ। ਖੱਖਾ ਇਹ ਹੈ ਖੋੜ ਮਨ ਆਵਾਂ। ਹੁਣ ਭਗਤ ਜੀ ਕਹਿੰਦੇ ਨੇ ਖੱਖੇ ਅੱਖਰ ਦੁਆਰਾ। ਖੋੜ ਸ਼ਬਦ ਤੁਸੀਂ ਸੁਣਿਆ ਜਾਂ ਕਿਹਾ ਹੋਵੇ। ਕਈ ਰੁੱਖਾਂ ਦੇ ਟਾਹਣ ਜਿਹੜੇ ਪੁਰਾਣੇ ਰੁੱਖ ਹੋ ਜਾਂਦੇ, ਉਹਨਾਂ ਦੇ ਅੰਦਰ ਖੋਖਲਾਪਨ ਆ ਜਾਂਦਾ, ਅੰਦਰੋਂ ਪੋਲੇ ਹੋ ਜਾਂਦੇ। ਉਹਨਾਂ ਵਿੱਚ ਖਾਲੀ ਖੋਲ ਜਿਹੜੀ ਹੈ, ਉਹਦੇ ਵਿੱਚ ਪੰਛੀ ਆਲਣੇ ਬਣਾ ਲੈਂਦੇ, ਘਰ ਬਣਾ ਲੈਂਦੇ। ਔਰ ਜਦੋਂ ਸਵੇਰ ਹੁੰਦੀ ਹੈ, ਉਹ ਆਪਣਾ ਢਿੱਡ ਭਰਨ ਵਾਸਤੇ ਫਿਰ ਦੂਰ ਦੂਰ ਜਾਂਦੇ। ਇਸੇ ਤਰ੍ਹਾਂ ਪਰਮਾਤਮਾ ਨੇ ਮੈਨੂੰ ਤੇ ਤੁਹਾਨੂੰ ਇਹ ਸਰੀਰ ਰੂਪੀ ਦਰਖਤ ਦਿੱਤਾ। ਇਹ ਸਾਡੇ ਟਿਕਾਣੇ ਦੀ ਇੱਕ ਜਗ੍ਹਾ ਹੈ। ਮਨ ਰੂਪੀ ਪੰਛੀ ਇਹਦੇ ਵਿੱਚ ਟਿਕਦਾ ਹੈ। ਪਰ ਸਵੇਰ ਹੁੰਦਿਆਂ ਸਾਰ ਅਸੀਂ ਸਾਰੇ ਜੀਵ ਰੋਜ਼ੀ ਰੋਟੀ ਵਾਸਤੇ ਤੁਰ ਪੈਂਦੇ। ਰਾਤ ਹੁੰਦੀ ਫਿਰ ਵਾਪਸ ਆ ਜਾਂਦਾ। ਭਗਤ ਜੀ ਕਹਿੰਦੇ ਨੇ ਜੇ ਮੈਨੂੰ ਪਰਮਾਤਮਾ ਦੀ ਸ਼ਰਨ ਰੂਪੀ ਖੋੜ ਮਿਲ ਜਾਏ, ਮੈਂ ਫਿਰ ਉਸ ਪੰਛੀ ਵਾਂਗੂ ਦੂਰ ਦੁਰਾਡੇ ਨਹੀਂ ਜਾਵਾਂਗਾ। ਭਾਵ ਮੈਂ ਮਾਇਆ ਦੇ ਚੱਕਰ ਵਿੱਚ ਨਹੀਂ ਫਸਾਂਗਾ। ਮੈਂ ਤੇ ਫਿਰ ਪੱਕਾ ਡੇਰਾ ਲਾਵਾਂਗਾ। ਖੱਖਾ ਇਹ ਹੈ ਖੋੜ ਮਨ ਆਵਾ, ਖੋੜੇ ਛਾੜ ਨਾ ਦਾ ਦਿਸ ਧਾਵਾਂ। ਇਹ 10 ਦਿਸ਼ਾ ਸ਼ਬਦ ਆਮ ਬਾਣੀ ਚ ਆਉਂਦਾ। 4 ਦਿਸ਼ਾ ਉੱਤਰ ਦੱਖਣ ਪੂਰਬ ਪੱਛਮ ਨੇ, 4 ਵਿਸ਼ਾ ਨੇ ਇਹਦੇ ਇਸ਼ਾਣੂ ਖੋਨੇ।
ਔਰ ਧਰਤੀ ਅਸਮਾਨ ਇਹ 10 ਦਿਸ਼ਾਵਾਂ। ਭਾਵ ਜਿਹੜਾ ਮਨ ਹੈ ਉਹ ਇਸ ਸਰੀਰ ਰੂਪੀ ਖੋੜ ਵਿੱਚੋਂ ਰੋਜ਼ ਸਵੇਰੇ ਦੌੜ ਜਾਂਦਾ, ਉੱਡ ਜਾਂਦਾ, ਬੜੀਆਂ ਉਡਾਰੀਆਂ ਮਾਰਦਾ, ਕਿੱਥੇ ਕਿੱਥੇ ਹੋ ਕੇ ਆ ਜਾਂਦਾ। ਸਿਰਫ ਇਸ ਨੂੰ ਇੱਕ ਟਿਕਣ ਦੀ ਜਗ੍ਹਾ ਇਹਨੇ ਬਣਾ ਲਿਆ। ਪਰ ਭਗਤ ਜੀ ਕਹਿੰਦੇ ਨੇ ਜੇ ਕਦੇ ਮੇਰੇ ਤੇ ਪ੍ਰਭੂ ਦੀ ਕਿਰਪਾ ਹੋ ਜਾਏ, ਮੈਂ ਇਸ ਖੋੜ ਵਿੱਚ ਇੱਕ ਵਾਰੀ ਟਿਕ ਜਾਵਾਂ, ਮੈਂ ਫਿਰ ਛੱਡ ਕੇ ਨਹੀਂ ਜਾਵਾਂ। ਖੱਖਾ ਇਹ ਹੈ ਖੋੜ ਮਨ ਆਵਾ, ਖੋੜੇ ਛਾੜ ਨਾ ਦਾਦ ਸਤਾਵਾਂ, ਮੈਂ ਫਿਰ ਬਾਹਰ ਨਹੀਂ ਜਾਵਾਂ। ਖਸਮੈ ਜਾਣ ਖਿਮਾ ਕਰ ਰਹਿ, ਉਸ ਮਾਲਕ ਨੂੰ ਜਾਣ ਕੇ ਫਿਰ ਮੈਂ ਪੱਕਾ ਉਹਦਾ ਪੱਲਾ ਫੜ ਲਵਾਂ, ਉਹਦੇ ਨਾਲ ਇੱਕ ਮਿੱਕ ਹੋ ਜਾਵਾਂ। ਭਾਵ ਮੈਂ ਇਹਨੂੰ ਛੱਡ ਕੇ ਹੋਰ ਕਿਧਰੇ ਨਹੀਂ ਜਾਵਾਂ। ਖਿਮਾ ਕਰ, ਖਿਮਾ ਦਾ ਸੋਮਾ ਜੋ ਪਰਮਾਤਮਾ, ਮੈਂ ਉਹਦੇ ਨਾਲ ਆਪਣੀ ਸਾਂਝ ਬਣਾ ਲਵਾਂਗਾ। ਤਉ ਹੋਏ ਨਿਖਿਓ ਅਖੈ ਪਦ ਲੈ, ਤਉ ਤਦੋਂ ਹੋਏ ਨਿਖਿਓ, ਫਿਰ ਨਾ ਸੁਣ ਵਾਲੀ ਜੋ ਅਵਸਥਾ ਹੈ। ਖੈ ਦਾ ਮਤਲਬ ਹੈ ਨਾ ਸੁਣਾ, ਨਿਖਿਓ ਦਾ ਮਤਲਬ ਹੈ ਨਾ ਸੁਣ। ਕਿਉਂਕਿ ਪਰਮਾਤਮਾ ਵੀ ਨਾਸ ਨਹੀਂ ਹੁੰਦਾ, ਤੇ ਜੇ ਮੈਂ ਪਰਮਾਤਮਾ ਨਾਲ ਇੱਕਮਿਕ ਹੋ ਜਾਵਾਂ ਫਿਰ ਅਖੈ ਪਦ ਲੈ, ਮੈਂ ਵੀ ਉਸ ਪਦਵੀ ਨੂੰ ਪ੍ਰਾਪਤ ਕਰ ਲਵਾਂਗਾ। ਤੋ ਕਬੀਰ ਜੀ ਨੇ ਇਹਨਾਂ 3 ਸ਼ਲੋਕ ਕਹੋ, ਪਦੇ ਕਹੋ, ਇਹਨਾਂ ਦੇ ਅੰਦਰ ਆਪਣੀ ਉਸ ਅਨੁਭਵੀ ਅਵਸਥਾ ਦਾ ਇੱਕ ਚਿਤਰਣ ਕੀਤਾ, ਸਾਡੇ ਵਰਗੇ ਜਗਿਆਸੂਆਂ ਨੂੰ ਪ੍ਰੇਰਨਾ ਕੀਤੀ। ਫਿਰ ਸੁਣੋ, ਓੰਕਾਰ ਆਦ ਮੈਂ ਜਾਨਾ, ਲਿਖ ਅਰ ਮਿਟੈ ਤਾਹੇ ਨ ਮਾਨਾ। ਓੰਕਾਰ ਲਖੈ ਜੋ ਕੋਈ, ਸੋਈ ਲਖ ਮੇਟਣਾ ਨਾ ਹੋਈ। ਕੱਕਾ ਕਿਰਨ ਕਮਲ ਮੈਂ ਪਾਵਾਂ, ਸਸ ਵਿਗਾਸ ਸੰਪਟ ਨਹੀਂ ਆਵਾਂ। ਅਰ ਜੇ ਤਾਹਾਂ ਕੁਸਮ ਰਸ ਪਾਵਾਂ, ਅਕਹਿ ਕਹਾਂ ਕਹਿ ਕਾ ਸਮਝਾਵਾਂ। ਖੱਖਾ ਇਹ ਹੈ ਖੋੜ ਮਨ ਆਵਾ, ਖੋੜੇ ਛਾੜ ਨ ਦਾਦ ਸਤਾਵਾਂ। ਖਸਮੈ ਜਾਣ ਖਿਮਾ ਕਰ ਰਹਿ, ਤਉ ਹੋਏ ਨਿਖਿਓ ਅਖੈ ਪਦ ਲੈ। ਤੋ ਭਗਤ ਕਬੀਰ ਜੀ ਦੇ ਇਸ ਅਨੁਭਵੀ ਗਿਆਨ ਤੋਂ ਅਸੀਸ ਕਰਕੇ ਵਾਂਝੇ ਹਾਂ ਕਿ ਅਸੀਂ ਵਿਚਾਰ ਨਹੀਂ ਕਰਦੇ। ਭਾਵੇਂ ਬਾਣੀ ਗੁਰੂ ਜੀ ਸਾਨੂੰ ਰੋਜ਼ ਪ੍ਰੇਰਦੇ ਨੇ, ਅਸੀਂ ਰੋਜ਼ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਖੜੇ ਹੋ ਕੇ ਕਹਿੰਦੇ ਹਾਂ ਕਿ ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਤੇ ਜੋ ਪ੍ਰਭ ਕੋ ਮਿਲਬੋ ਚਾਹੇ, ਖੋਜ ਸ਼ਬਦ ਮੈਨੇ। ਜੇ ਸ਼ਬਦ ਦੀ ਵਿਚਾਰ ਕਰੀਏ ਸਾਨੂੰ ਇਹਦੇ ਵਿੱਚੋਂ ਹੀ ਸਭ ਕੁਝ ਮਿਲੇਗਾ। ਤੇ ਜਿਹੜਾ ਭਾਗਸ਼ਾਲੀ ਜਗਿਆਸੂ ਪ੍ਰਾਪਤ ਕਰ ਲਏਗਾ, ਉਹਦੀ ਭਟਕਣਾ ਸਦਾ ਸਦਾ ਲਈ ਮੁੱਕ ਜਾਵੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।